ਫਗਵਾੜਾ ਸਿਵਲ ਹਸਪਤਾਲ ਦੇ ਬਹੁਤ ਚਰਚਿਤ ਮਾਮਲੇ ਵਿੱਚ ਪੁਲਿਸ ਨੇ ਪੀੜਤ ਸਰਕਾਰੀ ਡਾਕਟਰ ਦੇ ਬਿਆਨਾਂ ਤੇ ਮ੍ਰਿਤਕ ਨੌਜਵਾਨ ਦੇ 8 ਪਰਿਵਾਰਕ ਮੈਂਬਰਾਂ ਦੇ ਖਿਲਾਫ ਇਰਾਦਾ ਕਤਲ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਹੈ। ਫਗਵਾੜਾ ਸਿਵਲ ਹਸਪਤਾਲ ਦੇ ਮਾਮਲੇ ਵਿੱਚ ਪੁਲਿਸ ਨੇ ਸਰਕਾਰੀ ਡਾਕਟਰ ਆਸ਼ੀਸ਼ ਜੇਤਲੀ ਨਾਲ ਕਥਿਤ ਤੌਰ ਤੇ ਕੁੱਟਮਾਰ ਕਰਨ ਵਾਲੇ ਮ੍ਰਿਤਕ ਨਾਬਾਲਗ ਲੜਕੇ ਅਨੁਜ ਦੇ ਕਈ ਪਰਿਵਾਰਕ ਮੈਂਬਰਾਂ ਦੇ ਖਿਲਾਫ ਇਰਾਦਾ ਕਤਲ ਦੇ ਗੰਭੀਰ ਆਰੋਪਾਂ ਵਿੱਚ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਸਰਕਾਰੀ ਸਿਵਲ ਹਸਪਤਾਲ ਦੇ ਡਾਕਟਰ ਆਸ਼ੀਸ਼ ਜੇਤਲੀ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਅਤੇ ਬਿਆਨਾਂ ਦੇ ਆਧਾਰ ਤੇ ਮ੍ਰਿਤਕ ਨੌਜਵਾਨ ਅਨੁਜ ਦੇ ਪਿਤਾ ਜੈ ਪ੍ਰਕਾਸ਼ ਸਿੰਘ ਪੁੱਤਰ ਕਨ੍ਹਈਆ ਸਿੰਘ, ਓਮ ਪ੍ਰਕਾਸ਼ ਪੁੱਤਰ ਕਨ੍ਹਈਆ ਸਿੰਘ, ਅਨੂਪ ਸਿੰਘ ਪੁੱਤਰ ਜੈ ਪ੍ਰਕਾਸ਼, ਰੀਤੂ ਦੇਵੀ ਪਤਨੀ ਜੈ ਪ੍ਰਕਾਸ਼, ਰੰਜੂ ਦੇਵੀ ਪਤਨੀ ਓਮ ਪ੍ਰਕਾਸ਼ ਅਤੇ 3 ਹੋਰ ਪਰਿਵਾਰਕ ਮੈਂਬਰਾਂ ਅਤੇ ਸਾਥੀਆਂ ਜੋ ਮੌਕੇ ਤੇ ਮੌਜੂਦ ਸਨ ਦੇ ਖਿਲਾਫ ਧਾਰਾ 307, 323, 353, 186, 506, 148 ਅਤੇ 4 ਪੰਜਾਬ ਪ੍ਰੋਟੈਕਸ਼ਨ ਆਫ ਮੈਡੀਕਲ ਸਰਵਿਸਿਜ਼ ਪਰਸਨਲ ਐਂਡ ਮੈਡੀਕਲ ਸਰਵਿਸ ਇੰਸਟੀਟਿਊਸ਼ਨਲ ਪ੍ਰੀਵੈਂਸ਼ਨ ਆਫ ਵਾਇਲੈਂਸ ਐਂਡ ਡੈਮੇਜ ਟੂ ਪ੍ਰਾਪਰਟੀ ਬਿੱਲ 2008 ਦੇ ਤਹਿਤ ਪੁਲਿਸ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸਣਯੋਗ ਹੈ ਕਿ ਇਸ ਮਾਮਲੇ ਵਿੱਚ ਪੁਲਿਸ ਮ੍ਰਿਤਕ ਅਨੁਜ ਦੇ ਪਰਿਵਾਰ ਦੇ 4 ਮੈਂਬਰਾਂ ਨੂੰ ਹਿਰਾਸਤ ਵਿੱਚ ਲੈ ਚੁੱਕੀ ਹੈ, ਜਿਸ ਦੀ ਪੁਸ਼ਟੀ ADC ਫਗਵਾੜਾ ਵੱਲੋਂ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਫਗਵਾੜਾ ਦੇ ਸਿਵਲ ਹਸਪਤਾਲ ਵਿੱਚ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ ਸੀ ਜਦੋਂ ਇਲਾਜ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਇਲਾਜ ਵਿੱਚ ਲਾਪਰਵਾਹੀ ਦਾ ਦੋਸ਼ ਲਗਾਉਂਦੇ ਹੋਏ ਡਾਕਟਰ ਤੇ ਹਮਲਾ ਕਰ ਦਿੱਤਾ ਸੀ, ਜਿਸ ਕਾਰਨ ਫਗਵਾੜਾ ਸਿਵਲ ਹਸਪਤਾਲ ਦੇ ਸਟਾਫ ਵੱਲੋਂ ਰੋਸ ਵਜੋਂ ਧਰਨਾ ਦਿੱਤਾ ਗਿਆ ਸੀ। ਜਾਣਕਾਰੀ ਅਨੁਸਾਰ ਫਗਵਾੜਾ ਬੰਗਾ ਰੇਲਵੇ ਟਰੈਕ ਤੇ ਰੇਲ ਗੱਡੀ ਦੀ ਲਪੇਟ ਵਿੱਚ ਆਉਣ ਕਾਰਨ ਇੱਕ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ, ਜਿਸ ਨੂੰ ਇਲਾਜ ਲਈ ਹਸਪਤਾਲ ਵਿਖੇ ਲਿਆਂਦਾ ਗਿਆ ਸੀ, ਜਿੱਥੇ ਪਰਿਵਾਰਕ ਮੈਂਬਰਾਂ ਨੇ ਮੌਕੇ ਤੇ ਮੌਜੂਦ ਡਾਕਟਰ ਤੇ ਹਮਲਾ ਕਰ ਦਿੱਤਾ ਸੀ। ਮੌਤ ਤੋਂ ਬਾਅਦ ਹੋਏ ਹੰਗਾਮੇ ਕਾਰਨ ਥਾਣਾ ਸਿਟੀ ਦੀ ਪੁਲਿਸ ਸੂਚਨਾ ਮਿਲਦੀ ਮੌਕੇ ਤੇ ਪਹੁੰਚ ਗਈ ਸੀ ਅਤੇ ਉਹਨਾਂ ਨੇ 4 ਲੋਕਾਂ ਨੂੰ ਕਾਬੂ ਕਰ ਲਿਆ ਸੀ। ਦੂਜੇ ਪਾਸੇ SDM ਫਗਵਾੜਾ ਵੀ ਸੂਚਨਾ ਮਿਲਦੀ ਮੌਕੇ ਤੇ ਪਹੁੰਚ ਗਏ ਸਨ। ਸਰ ਉਹ 7:55 ਤੇ ਕਰੀਬਨ ਇੱਕਦਮ ਮੈਂ ਬਾਹਰ ਹੀ ਖੜਾ ਸੀ। ਉਸ ਵੇਲੇ ਇਹ ਮਰੀਜ਼ ਨੂੰ ਲੈ ਕੇ ਆਏ ਮੋਟਰਸਾਈਕਲ ਤੇ ਸ਼ਾਇਦ, ਤੇ ਮੈਂ ਆਪਣੇ ਕਲਾਸ 4 ਨੂੰ ਕਿਹਾ, ਆਵਾਜ਼ ਮਾਰ ਕੇ ਬੁਲਾ ਕੇ ਉਹਨੂੰ ਮੈਂ ਕਿਹਾ ਇਹਨੂੰ ਅੰਦਰ ਲੈ ਕੇ ਆਓ, ਦਿਖਾਓ। ਉਸੇ ਵੇਲੇ ਮੈਂ ਕਹਾਂ ਮੇਰਾ ਰਿਲੀਵਿੰਗ ਟਾਈਮ ਸੀ, ਪਰ ਮੈਂ ਕਿਹਾ ਨਹੀਂ, ਬੰਦੇ ਦੀ ਜਾਨ ਬਚਾਉਣਾ ਪਹਿਲਾ ਫਰਜ਼ ਡਾਕਟਰ ਦਾ ਹੈ। ਮੈਂ ਉਹਨੂੰ ਅੰਦਰ ਮਾਈਨਰ ਰੋਟੀ 'ਚ ਲੈ ਕੇ ਗਿਆ ਤੇ ਉੱਥੇ ਦੇਖਿਆ ਉਹਦਾ ਜਿਹੜਾ ਸਿਰ ਸੀ ਸੱਜੇ ਪਾਸੇ ਪੂਰਾ ਖੁੱਲ੍ਹਾ ਪਿਆ ਸੀ। ਮੈਨੂੰ ਇੱਕਦਮ ਯਾਦ, ਮੇਰੀ ਵੀ ਯਾਦਾਸ਼ਤ ਸੱਜੇ ਪਾਸੇ ਸੀ, ਸੱਜੇ ਪਾਸੇ ਸੀ ਆਈ ਥਿੰਕ। ਅਤੇ ਮੈਂ ਗਾਸਪਿੰਗ ਸੀਗਾ, ਜਿਵੇਂ ਮਤਲਬ ਹੌਲੀ ਹੌਲੀ ਸਾਹ ਲੈਣੇ, ਬੰਦਾ ਜਿਵੇਂ ਸੀਰੀਅਸ ਸ਼ੁਰੂ 'ਚ ਹੀ ਸੀ। ਮੈਂ ਉਹਨਾਂ ਇਨ ਬਿਟਵੀਨ ਇਹਨਾਂ ਦੇ ਵਿੱਚੋਂ ਹੀ ਇੱਕ ਬੰਦਾ ਆਇਆ, ਪੱਕੀ ਜਿਹਾ ਰੰਗ ਦਾ ਸੀਗਾ ਸ਼ਾਇਦ, ਕਹਿੰਦਾ ਸੀ ਮੈਂ ਚਾਚਾ ਉਹਦਾ ਮੁੰਡੇ ਦਾ। ਤਾਂ ਮੈਂ ਕਿਹਾ ਜੀ ਵੀਰ ਜੀ ਇਹ ਸੀਰੀਅਸ ਹੈ ਬੰਦਾ, ਇਹਨੂੰ ਸਪੋਰਟ ਸਾਹ ਇਹਦੇ ਚਲੇ ਜਾਣੇ ਜਲਦੀ। ਮੈਂ ਟਾਂਕੇ ਲਾ ਕੇ ਉਹਨੂੰ ਆਕਸੀਜਨ ਇੱਕਦਮ ਸਟਾਰਟ ਕਰਤੀ ਅਤੇ ਮੈਂ ਟਾਂਕੇ ਲਾਣੇ ਸ਼ੁਰੂ ਕੀਤੇ। ਅਤੇ ਮੈਂ ਕਿਹਾ ਜੀ ਜਿੰਨੀ ਜਲਦੀ ਇਹਦੀ ਜਿੱਥੇ ਵੈਂਟੀਲੇਟਰੀ ਸਪੋਰਟ ਮਿਲਦੀ ਹੈ ਇਹਨੂੰ ਉੱਥੇ ਲੈ ਜਾਓ। ਮੈਂ ਟਾਂਕੇ ਲਾਣੇ ਸ਼ੁਰੂ ਕਰ, ਕਿਹੜੇ ਟਾਂਕੇ ਨਾਲ ਇੱਕ ਅੱਧਾ ਤਾਂ ਨਹੀਂ ਸੀ, ਕਿੰਨੇ ਸਾਰਾ ਸਿਰ ਤੁਹਾਨੂੰ ਮੈਂ ਦੱਸਿਆ ਪਾਟਿਆ। ਅਤੇ ਉਸ 10-15 ਮਿੰਟ ਲੱਗੇ ਹੋਣੇ ਮਸਾਂ ਮੈਨੂੰ ਟਾਂਕੇ ਲਗਾ ਕੇ। ਇਨ ਬਿਟਵੀਨ ਜਦੋਂ ਉਹ ਟਾਂਕੇ ਲਗਾ ਰਿਹਾ ਸੀਗਾ, ਆਖਰੀ 1 ਜਾਂ 2 ਟਾਂਕੇ ਰਹਿੰਦੇ ਹੋਣੇ, ਅਤੇ ਉਹ ਇੱਕਦਮ ਉਹਨੇ ਸਾਹ ਵੀ ਰੁਕ ਗਿਆ ਉਹਦਾ। ਅਤੇ ਮੈਂ ਜਦੋਂ ਚੈੱਕ ਕੀਤਾ ਤਾਂ ਹਾਰਟ ਵੀ ਰੁਕਿਆ ਗਿਆ ਸੀ। ਮੈਂ ਉਹ ਜੋ ਸਾਡਾ ਪ੍ਰੋਟੋਕਾਲ ਹੁੰਦਾ ਹਾਰਟ ਕਾਰਡੀਅਕ ਅਰੈਸਟ ਦਾ, ਮੈਂ ਸ਼ੁਰੂ ਕਰਤਾ। ਉਹਦੇ ਜੋ ਇੰਜੈਕਸ਼ਨ ਹਾਰਟ ਚਲਾਉਣ ਨੂੰ, ਸਾਹ ਚੈਸਟ ਥੰਪਿੰਗ ਵਗੈਰਾ ਸਾਰਾ ਕੁਝ CPR ਦੇ ਅੰਦਰ ਸ਼ੁਰੂ ਕੀਤਾ। ਉਹਨੂੰ ਮੈਂ 10-15 ਮਿੰਟ ਕੀਤਾ, ਬਟ ਮੈਂ ਇਨ ਬਿਟਵੀਨ ਚੈੱਕ ਕਰ ਰਿਹਾ ਸੀਗਾ ਅਤੇ ਇੰਜੈਕਸ਼ਨ ਲਗਾਏ ਵਗੈਰਾ ਕੀਤਾ, ਬਟ ਉਹ ਕੋਈ ਉਹ ਰਿਸਪੌਂਸ ਨਹੀਂ ਕੀਤਾ। ਅਤੇ ਮੈਂ ਸਪੈਸੀਫਿਕਲੀ ਦੇਖ ਕੇ ਉਹਦੇ ਮੈਂ ਕਿਹਾ ਕਿ ਮੈਂ ਉਹਨੂੰ ਬੰਦਾ ਜਦੋਂ ਮੈਂ ਬਾਹਰ ਦੱਸਣ ਆਇਆ ਅਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਕੀ ਲੱਗਦੇ ਹੋ? ਕਹਿੰਦਾ ਮੈਂ ਚਾਚਾ। ਮੈਂ ਕਿਹਾ ਵੀਰ ਉਹ ਪੂਰਾ ਹੋ ਚੁੱਕਾ। ਇੰਨਾ ਕੁਝ ਦੱਸ ਕੇ ਮੈਂ ਆਪਣੀ ਫਾਈਲ 'ਤੇ ਨੋਟਸ ਪਾਉਣ ਉੱਧਰ ਆਪਣੇ ਚਲਾ ਗਿਆ। ਉੱਥੇ ਇਹ ਸਾਰਾ ਜਿਵੇਂ ਇਹਨਾਂ ਦੇ ਇਕੱਠੇ ਹੋ ਕੇ ਆ ਗਏ ਕਿ ਤੁਸੀਂ ਸਾਨੂੰ ਟਾਈਮ 'ਤੇ ਨਹੀਂ ਦੱਸਿਆ। ਮੈਂ ਤਾਂ ਸ਼ੁਰੂ ਤੋਂ ਹੀ ਟਾਈਮ 'ਤੇ ਦੱਸ ਰਿਹਾ ਸੀ ਕਿ ਇਹਨੂੰ ਵੈਂਟੀਲੇਟਰੀ ਸਪੋਰਟ ਦੀ ਲੋੜ ਹੈ, ਜਿੱਥੇ ਲੈ ਕੇ ਜਾਣਾ ਲੈ ਕੇ ਜਾ ਸਕਦੇ ਹੋ। ਮੈਂ ਟਾਂਕੇ ਦੇ ਦੱਸੋ ਤੁਹਾਡੇ ਨਾਲ ਹੱਥੋਂ-ਪਾਈ ਕੀਤੀ, ਕਿੰਨੇ ਕੁ ਲੋਕਾਂ ਨੇ ਹੱਥੋਂ-ਪਾਈ ਤੁਹਾਡੇ ਨਾਲ ਕੀਤੀ? ਉੱਥੇ ਵਿੱਚ ਲੇਡੀਜ਼ ਵੀ ਇਨਫੈਕਟ ਉਹਨਾਂ ਦੀਆਂ ਇਨਵੋਲਵ ਸੀ। ਇੱਕ ਭਾਰੀ ਜੀ ਲੇਡੀ ਸੀ, ਇੱਕ ਪਤਲੀ ਜੀ ਲੇਡੀ ਸੀ। ਉਹਨਾਂ ਨੇ ਵੀ ਇਨਫੈਕਟ ਮੈਂ 1-2 ਵਾਰੀ ਉਹਨਾਂ ਨੇ ਫੜ ਕੇ ਮੈਨੂੰ ਜ਼ਮੀਨ 'ਤੇ ਸੁੱਟਿਆ ਅਤੇ ਉਹਨੂੰ ਦੱਸਿਆ, ਮੈਨੂੰ ਕਿਹਾ ਕਿ ਤੈਨੂੰ ਅੱਜ ਛੱਡਣਾ ਨਹੀਂ ਹੈ। ਸਰ ਅੱਜ ਸਵੇਰੇ 7:50 ਤੇ ਇੱਕ ਪੇਸ਼ੈਂਟ ਆਇਆ ਰੇਲ ਐਕਸੀਡੈਂਟ
ਉਹ ਸਾਡੇ ਡਾਕਟਰ ਨੇ, ਸਾਡੇ ਸਟਾਫ ਨੇ ਪੂਰਾ ਹੈਂਡਲ ਕੀਤਾ ਔਰ ਡਾਕਟਰ ਦੇ ਦੁਆਰਾ ਉਹਨਾਂ ਨੂੰ ਕਿਹਾ ਵੀ ਗਿਆ ਸੀਗਾ ਵੀ ਤੁਹਾਡਾ ਪੇਸ਼ੈਂਟ ਬੜਾ ਸੀਰੀਅਸ ਹੈ, ਤੁਸੀਂ ਲੈ ਕੇ ਜਾ ਸਕਦੇ ਹੋ ਕਿਤੇ। ਪੇਸ਼ੈਂਟ ਸੀਰੀਅਸ ਸੀ ਔਰ 8 ਵਜੇ ਪੇਸ਼ੈਂਟ ਐਕਸਪਾਇਰ ਹੋ ਗਿਆ। ਉਹਨਾਂ ਨੇ ਡਾਕਟਰ ਦੀ ਗੱਲ ਨਹੀਂ ਮੰਨੀ ਔਰ ਲੇਡੀਜ਼ ਨੇ, ਉਹਨਾਂ ਦੇ ਨਾਲ ਜਿੰਦੇ ਜੈਂਟਸ ਸੀ, ਉਹਨਾਂ ਨੇ ਸਾਡੇ ਡਾਕਟਰ ਨੂੰ ਹੱਥੋਂ ਪਾਈ ਕੀਤੀ ਆ, ਕੁੱਟਿਆ ਉਹਨਾਂ ਨੂੰ। ਦੇਖੋ ਸਾਡੇ ਤੇ ਇਲਜ਼ਾਮ ਲਾਇਆ ਜਾਂਦਾ ਆ ਵੀ ਸਰਕਾਰੀ ਹਸਪੀਟਲ ਦੇ ਵਿੱਚ ਕੇਅਰ ਨਹੀਂ ਆ। ਅਸੀਂ ਕੇਅਰ ਕਰਦੇ ਆ, ਫਿਰ ਵੀ ਸਾਡੇ ਕੋਲ ਆਉਂਦੇ ਆ, ਅਸੀਂ ਕੇਅਰ ਕਰਦੇ। ਜਦੋਂ ਕੋਈ ਸੀਰੀਅਸ ਪੇਸ਼ੈਂਟ ਹੁੰਦਾ ਆ ਹਸਪੀਟਲ ਦੇ ਵਿੱਚ, ਜੇ ਸਾਡੇ ਕੋਲ ਸੁਵਿਧਾਵਾਂ ਨਹੀਂ ਆ ਤੇ ਉਹਨਾਂ ਨੂੰ ਅਸੀਂ ਆਪਣੇ ਹੀ ਹਾਇਰ ਇੰਸਟੀਚਿਊਟ ਦੇ ਵਿੱਚ ਭੇਜਦੇ ਆ। ਫਿਰ ਵੀ ਉਹਨਾਂ ਨੇ ਸਾਡੇ ਡਾਕਟਰ ਦੀ ਗੱਲ ਨਹੀਂ ਮੰਨੀ ਔਰ ਸਾਡੇ ਡਾਕਟਰ ਨੂੰ ਬਹੁਤ ਜ਼ਿਆਦਾ ਕੁੱਟਿਆ। ਅਸੀਂ ਗਵਰਨਮੈਂਟ ਕੋਲੋਂ ਮੰਗ ਕਰਦੇ ਆ ਕਿ ਅਸੀਂ ਸੇਵਾਵਾਂ ਆਪਣੀਆਂ ਦੇਣ ਨੂੰ ਤਿਆਰ ਹਾਂ ਪੂਰੀ ਚੰਗੀ ਤਰ੍ਹਾਂ, ਲੇਕਿਨ ਸਾਡੇ ਉੱਪਰ ਹੱਥੋਂ ਪਾਈ ਨਾ ਕੀਤੀ ਜਾਵੇ। ਜਿਸ ਤਰ੍ਹਾਂ ਹੰਗਾਮਾ ਹੋਇਆ, ਇੱਕ ਲੇਡੀਜ਼ ਵੀ ਕਾਫੀ ਜੋ ਮੁਲਾਜ਼ਮ ਸੀ ਉਹਨਾਂ ਨਾਲ ਕੁੱਟਮਾਰ ਕਰਨ ਨੂੰ ਫਿਰ ਰਹੀ ਸੀ, ਤੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ? ਮੰਗ ਅਸੀਂ ਇਹ ਕਰਦੇ ਹਾਂ ਵੀ ਸਾਡੀ ਸਿਕਿਉਰਿਟੀ ਦਿੱਤੀ ਜਾਵੇ। ਜੋ ਵੀ ਡਾਕਟਰ ਦੇ ਨਾਲ ਹੱਥੋਂ ਪਾਈ ਹੋਈ ਹੈ, ਈਵਨ ਕਿ ਅਸੀਂ ਹੁਣ ਆਪਣੇ ਇੱਥੇ ਬੈਠੇ ਵੀ ਸੀਗੇ, ਮੇਰੇ ਉੱਤੇ ਵੀ ਇੱਕ ਲੇਡੀ ਨੇ, ਉਹਨਾਂ ਦੇ ਨੇ ਜੁੱਤੀ ਚੱਕੀ ਆ। ਅਸੀਂ ਮੰਗ ਕਰਦੇ ਹਾਂ ਕਿ ਇਹਨਾਂ ਦੇ ਲਈ ਕਾਰਵਾਈ ਕੀਤੀ ਜਾਵੇ, ਬਣਦੀ ਕਾਨੂੰਨੀ ਕਾਰਵਾਈ ਸਾਡੇ ਲਈ ਕੀਤੀ ਜਾਵੇ ਔਰ ਮੁਹੱਈਆ ਕਰਾਇਆ ਜਾਵੇ ਕਿ ਸਾਡਾ ਜਿਹੜਾ ਸਟਾਫ ਔਨ ਡਿਊਟੀ ਹੈ, ਸਟਾਫ ਨਰਸਿਸ ਇਕੱਲੀਆਂ ਨੇ ਹਰ ਵਾਰਡ ਦੇ ਵਿੱਚ, ਸਿਕਿਉਰਿਟੀ ਦਾ ਇੰਤਜ਼ਾਮ ਕੀਤਾ ਜਾਏ। ਸਾਰਿਆਂ ਨੂੰ, ਮੇਰਾ ਨਾਮ ਰੂਬੀਨਾ ਜੇਤਲੀ ਹੈ, ਮੈਂ ਡਾਕਟਰ ਆਸ਼ੀਸ਼ ਜੇਤਲੀ ਦੀ ਵਾਈਫ ਆ। ਅੱਜ ਸਵੇਰੇ ਮੇਰੇ ਹਸਬੈਂਡ ਨਾਲ ਬਹੁਤ ਇੱਕ ਮਾੜਾ ਇਨਸੀਡੈਂਟ ਹੋਇਆ। ਉਹ ਸਿਵਲ ਹਸਪੀਟਲ ਫਗਵਾੜਾ ਵਿੱਚ ਕੰਮ ਕਰਦੇ ਨੇ, ਮੈਡੀਕਲ ਆਫੀਸਰ ਨੇ, ਐਮਰਜੈਂਸੀ ਮੈਡੀਕਲ ਆਫੀਸਰ। ਉਹਨਾਂ ਨੇ ਇੱਕ ਬੱਚੇ ਦੀ ਜਾਨ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਇਹ ਕਿ ਉਹਦੀ ਜਾਨ ਨਾ ਬਚ ਸਕੀ, ਜਿਸ ਕਾਰਨ ਉਹਨਾਂ ਦੇ ਜਿਹੜੇ ਰਿਲੇਟਿਵ ਸੀਗੇ ਉਹਨਾਂ ਨੇ ਮੇਰੇ ਹਸਬੈਂਡ 'ਤੇ ਅਟੈਕ ਕਰਤਾ, ਡਾਕਟਰ ਆਸ਼ੀਸ਼ ਜੇਤਲੀ 'ਤੇ। ਅਤੇ ਉਹ ਕਹਿਣ ਲੱਗੇ ਕਿ ਇਹ ਜਿਹੜਾ ਕੁਛ ਹੈ ਕਿ ਤੁਹਾਡੇ ਕਾਰਨ ਹੀ ਹੋਇਆ ਹੈ। ਹੁਣ ਆਪਾਂ ਇਹ ਦੇਖੀਏ ਕਿ ਸਾਡੇ ਸਮਾਜ 'ਚ ਕੀ ਚੱਲ ਰਿਹਾ ਹੈ ਕਿ ਅਸੀਂ ਜਿਹੜੇ ਹੈ ਇਹ ਨਹੀਂ ਦੇਖਣਾ ਕਿ ਕਸੂਰ ਕਿਹਦਾ ਹੈ। ਅਸੀਂ ਬਿਨਾਂ ਕਸੂਰ ਵੇਖੇ ਹੀ ਕਿਸੇ ਬੰਦੇ ਨੂੰ 20-25 ਜਣੇ ਇੱਕ ਜਣੇ ਨੂੰ ਫੜ ਕੇ ਤੁਸੀਂ ਕੁੱਟਣ ਲੱਗ ਗਏ ਹੋ। ਇਹ ਵੀ ਤਾਂ ਸੋਚੋ ਕਿ ਉਹਦੀ ਵੀ ਤਾਂ ਫੈਮਿਲੀ ਹੈ। ਜੇ ਮੇਰੇ ਹਸਬੈਂਡ ਨੂੰ ਕੁਛ ਹੋ ਜਾਂਦਾ ਅਤੇ ਮੇਰਾ ਬੱਚਾ ਜਿਹੜਾ ਛੋਟਾ ਹੈ, ਮੇਰੀ ਮਦਰ ਇਨ ਲਾਅ, ਅਸੀਂ ਕਿੱਥੇ ਜਾਣਾ ਸੀ? ਅਸੀਂ ਵੀ ਤਾਂ ਉਹਨਾਂ ਦੀ ਜ਼ਿੰਮੇਵਾਰੀ ਹਾਂ। ਅਤੇ ਮੇਰੀ ਸਰਕਾਰ ਨੂੰ ਇਹ ਅਪੀਲ ਹੈ, ਗੌਰਮੈਂਟ ਨੂੰ ਜਾਂ ਜੋ ਵੀ ਮੈਡੀਕਲ ਐਸੋਸੀਏਸ਼ਨ ਹੈ, ਕਿ ਤੁਸੀਂ ਜਦੋਂ ਵੀ ਕੋਈ ਪੇਸ਼ੈਂਟਸ ਆਉਂਦੇ ਆ ਉਹਨਾਂ ਨਾਲ ਲਿਮਿਟ ਕਰ ਦਿਓ। ਜਿੰਨੇ ਵੀ ਤੁਹਾਡੇ ਨਾਲ ਬੰਦੇ ਆਉਂਦੇ ਉਹ ਲਿਮਿਟਡ ਹੋਣ, ਕਿ ਸਿਵਲ ਹਸਪੀਟਲ 'ਚ ਇੰਨੇ ਬੰਦੇ ਹੀ ਐਂਟਰ ਕਰ ਸਕਦੇ, ਭਾਵੇਂ ਉਹ ਗੇਟ 'ਤੇ ਉਹਨਾਂ ਨੂੰ ਰੋਕਦੇ ਨੇ, ਭਾਵੇਂ ਜਿੱਥੇ ਵੀ, ਤਾਂ ਕਿ ਅੰਦਰ ਮੌਬ ਨਾ ਵੜ ਸਕਣ। ਜਿਹੜੇ ਮੌਬ ਅੰਦਰ ਵੜ ਜਾਂਦੇ ਉਹ ਇਹੋ ਸੋਚਦੇ ਆ ਕਿ ਅਸੀਂ ਕੁਛ ਵੀ ਕਰ ਸਕਦੇ ਹਾਂ। ਇਸ ਕੀ ਲੱਗਦਾ ਵਾ ਵੀ ਜਿਹੜੀ ਸੁਰੱਖਿਆ ਦਾ ਫੇਲੀਅਰ ਹੈਗਾ, ਵੀ ਇੱਥੇ ਕੋਈ ਵੀ ਪੁਲਿਸ ਮੁਲਾਜ਼ਮ ਜਿਹੜਾ ਹੈਗਾ ਸਿਵਲ ਹਸਪੀਟਲ ਫਗਵਾੜਾ ਦੀ ਜੇ ਗੱਲ ਕਰਦੇ ਹਾਂ, ਪਹਿਲਾਂ ਵੀ ਇਸ ਤਰ੍ਹਾਂ ਦੇ ਹਾਦਸੇ ਹੋ ਚੁੱਕੇ ਆ, ਜਿਹੜੇ ਮੁਲਾਜ਼ਮ ਆ ਬਹੁਤ ਘੱਟ ਗਿਣਤੀ ਵਿੱਚ ਨਜ਼ਰ ਆਉਂਦੇ ਨੇ। ਸਰ ਇਹ ਤਾਂ ਹੁਣ ਜਿਹੜਾ ਹੈ ਕਿ ਵੀ ਸਟੈਪਸ ਲੈਣੇ ਚਾਹੀਦੇ ਕਿ ਗੌਰਮੈਂਟ ਨੂੰ, ਕਿ ਵੀ ਇੱਥੇ ਜਿਹੜੇ ਜ਼ਿਆਦਾ ਤੋਂ ਜ਼ਿਆਦਾ ਪੁਲਿਸ ਦੇ ਮੁਲਾਜ਼ਮ ਹੈ ਉਹ ਇਹਨਾਂ ਨੂੰ ਅਪੋਇੰਟ ਕੀਤੇ ਜਾਣ, ਤਾਂ ਕਿ ਇੱਦਾਂ ਦਾ ਇੰਸੀਡੈਂਟ ਅੱਗੇ ਤੋਂ ਨਾ ਹੋਵੇ। ਬਹੁਤ ਮਾੜੀ ਗੱਲ ਹੈ ਕਿ ਵੀ ਤੁਸੀਂ ਇੱਕ ਡਾਕਟਰ ਜਿਹੜਾ ਕਿ ਜਾਨ ਬਚਾਉਂਦਾ, ਉਹਦੀ ਹੀ ਤੁਸੀਂ ਜਾਨ ਲੈਣਾ ਚਾਹੁੰਦੇ ਹੋ। ਇਹ ਇੰਸੀਡੈਂਟ ਤਾਂ ਬਹੁਤ ਜ਼ਿਆਦਾ ਹੀ, ਜਿਵੇਂ ਕਹਿੰਦੇ ਨੇ ਕਿ ਵੀ ਬਹੁਤ ਨਿਰਦਈ ਲੋਕੀ ਇੱਦਾਂ ਦਾ ਕੰਮ ਕਰ ਸਕਦੇ ਹੈ। ਇੱਕ ਤਾਂ ਉਹ ਤੁਹਾਡੇ ਬੱਚੇ ਦੀ ਜਾਨ ਬਚਾ ਰਹੇ ਆ ਅਤੇ ਤੁਸੀਂ ਉਹਨਾਂ ਨੂੰ ਹੀ ਅਟੈਕ ਕਰ ਰਹੇ ਹੋ, ਤਾਂ ਕਹਿ ਰਹੇ ਹੋ ਕਿ ਤੈਨੂੰ ਹੀ ਮਾਰ ਦੇਣਾ ਕਿਉਂਕਿ ਤੂੰ। ਸਰ ਡਿਮਾਂਡ ਹੈ ਕਿ ਬਸ ਇਹਨਾਂ ਦਾ ਜੋ ਹੈ ਇਨਸਾਫ ਹੋਣਾ ਚਾਹੀਦਾ ਹੈ ਇਹਨਾਂ ਲਈ, ਜਸਟਿਸ ਲਈ। ਅਤੇ ਜਿਹੜੀ ਹੈ ਸੈਕਸ਼ਨ ਜਿਹੜਾ ਹਾਂਜੀ ਡਾਕਟਰਾਂ ਦੀ ਸੁਰੱਖਿਆ ਲਈ ਕੁਛ ਨਾ ਕੁਛ ਤਾਂ ਇਹ ਜ਼ਰੂਰ ਸਟੈਪਸ ਗੌਰਮੈਂਟ ਨੂੰ ਚੱਕਣੇ ਚਾਹੀਦੇ ਹੈ। ਅਤੇ ਜਿਹੜਾ ਵੀ ਸਹੀ ਸੈਕਸ਼ਨ ਲੱਗਣਾ ਹੈ ਉਹ ਜ਼ਰੂਰ ਇਹਨਾਂ 'ਤੇ ਲੱਗੇ। ਜਿਹੜੇ ਲੋਕਾਂ ਨੇ ਇਹ ਕੰਮ ਕੀਤਾ, ਉਹ ਕਹਿੰਦੇ ਸੀ ਅਸੀਂ ਤਾਂ ਛੱਡਣਾ ਨਹੀਂ, ਡਾਕਟਰ ਮਾਰ ਦੇਣਾ। ਉਹ ਤਾਂ ਜਿਹੜੇ ਵਿੱਚ ਆ ਗਏ ਲੋਕੀ, ਉਹਨਾਂ ਨੇ ਬਚਾਇਆ ਨਹੀਂ, ਤਾਂ ਉਹਨਾਂ ਨੇ ਕਿੱਥੇ ਛੱਡਣਾ ਸੀਗਾ ਜਿਨ੍ਹਾਂ ਨੂੰ, ਅਤੇ ਅਸੀਂ ਕਿੱਧਰ ਜਾਣਾ ਸੀਗਾ? ਜੀ ਅਸੀਂ ਮੌਕੇ 'ਤੇ ਆਏ ਹਾਂ। ਇਹ ਪਤਾ ਲੱਗਿਆ ਕਿ ਮੋਰਨਿੰਗ ਇੱਕ ਟ੍ਰੇਨ ਐਕਸੀਡੈਂਟ ਹੋਇਆ ਸੀਗਾ, ਜਿਹਦੇ ਵਿੱਚ ਅਨੁਜ ਨਾਮ ਦਾ ਲੜਕਾ ਸੀ, ਟਿੱਬੀ ਮਹੱਲੇ ਦਾ, ਅਤੇ ਜੋ ਇੰਜਰਡ ਹੋ ਗਿਆ ਸੀਗਾ, ਅਤੇ ਜਿਹਦੀ ਹਸਪਤਾਲ ਆਣ ਕੇ ਇੱਥੇ ਡੈਥ ਹੋ ਗਈ ਆ। ਉਹਦਾ ਕਰਕੇ ਉਹਨਾਂ ਦੀ ਫੈਮਿਲੀ ਥੋੜ੍ਹਾ ਗੁੱਸੇ ਦੇ ਵਿੱਚ ਆਣ ਕੇ ਅਤੇ ਉਹਨਾਂ ਨੇ ਡਾਕਟਰ 'ਤੇ ਹਮਲਾ ਕਰ ਦਿੱਤਾ ਸੀ। ਅਤੇ ਜਿਸ ਸੰਬੰਧੀ ਅਸੀਂ ਇੱਥੇ ਆ ਕੇ ਡਾਕਟਰ ਸਾਹਿਬ ਦਾ ਬਿਆਨ ਨੋਟ ਕੀਤਾ ਆ, ਅਤੇ ਬਿਆਨ ਦੇ ਮੁਤਾਬਕ ਜਿਨ੍ਹਾਂ ਵੀ ਦੋਸ਼ੀਆਂ ਨੇ ਡਾਕਟਰ 'ਤੇ ਹਮਲਾ ਕੀਤਾ ਹੈ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਇਹ ਧਰਨਾ ਪ੍ਰਦਰਸ਼ਨ ਖਤਮ ਹੋ ਚੁੱਕਾ ਜਾਂ ਚੱਲ ਰਿਹਾ? ਨਹੀਂ, ਹਜੇ ਫਿਲਹਾਲ ਲੋਕੀ ਬੈਠੇ, ਅਸੀਂ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਕਿ ਉਹਨਾਂ ਨੂੰ ਭਰੋਸਾ ਦਿਵਾਇਆ ਜਾ ਰਿਹਾ ਕਿ ਇਹਨਾਂ 'ਤੇ ਜਿਹੜੇ ਵੀ ਬੰਦਿਆਂ ਨੇ ਡਾਕਟਰ ਸਾਹਿਬ 'ਤੇ ਹਮਲਾ ਕੀਤਾ ਉਹਨਾਂ ਦੇ ਖਿਲਾਫ ਜਿਹੜਾ ਵੀ ਕਾਨੂੰਨੀ ਐਕਸ਼ਨ ਬਣਦਾ ਆ ਉਹ ਲਿਆ ਜਾਊਗਾ। ਮੌਕੇ 'ਤੇ ਕੋਈ ਅਰੈਸਟ ਵੀ ਕਿਸੇ ਦੀ ਪਾਈ? ਮੌਕੇ 'ਤੇ ਅਸੀਂ 2-3 ਬੰਦੇ ਰਾਉਂਡ ਅਪ ਕੀਤੇ ਆ, ਉਹ ਵੈਰੀਫਾਈ ਕਰ ਰਹੇ ਹਾਂ। ਵੀਡੀਓ ਦੇ ਵਿੱਚ ਜਿਹੜੇ ਵੀ ਬੰਦੇ ਕਲਪ੍ਰੀਟ ਹੋਣਗੇ ਉਹਨਾਂ 'ਤੇ ਕਾਰਵਾਈ ਕੀਤੀ ਜਾਊਗੀ। ਅੱਜ ਨਾ ਸਵੇਰੇ 8:30 ਦੇ ਅਰਾਊਂਡ ਮੈਨੂੰ ਐਸਐਮਓ ਸਾਹਿਬ ਦਾ ਫੋਨ ਆਇਆ ਸੀਗਾ ਇਨਫੋਰਮੇਸ਼ਨ ਲਈ ਕਿ ਇੱਥੇ ਇੱਕ ਕੋਈ ਫੈਮਿਲੀ ਸੀਗੀ, ਉਹਨਾਂ ਦਾ ਬੇਟਾ ਹੈੱਡਫੋਨਸ ਲਗਾ ਕੇ ਆਈ ਥਿੰਕ ਰੇਲਵੇ ਟਰੈਕ 'ਤੇ ਸੀਗਾ ਜੋ ਮੈਂ ਸੁਣਿਆ ਹੈ, ਔਰ ਉਹਨੂੰ ਨਹੀਂ ਪਤਾ ਲੱਗਿਆ ਕਿ ਟ੍ਰੇਨ ਆ ਗਈ ਇੱਕਦਮ, ਅਤੇ ਉਹਦੇ ਬਹੁਤ ਸਵੇਅਰ ਇੰਜਰੀਜ਼ ਹੋਈਆਂ। ਐਜ਼ ਯੂ ਨੋ ਕਿ ਰੇਲਵੇ ਕਿੰਨੀ ਤੇਜ਼ ਆਉਂਦਾ ਇੰਜਨ, ਕਿੰਨੀ ਤੇਜ਼ ਆਉਂਦੀ ਹੈ ਟ੍ਰੇਨ, ਅਤੇ ਉਹਦੇ ਕਾਫੀ ਸੀਰੀਅਸ ਇੰਜਰੀਜ਼ ਹੋਈਆਂ। ਉਹਨੂੰ ਇੱਥੇ ਲੈ ਕੇ ਆਏ
ਬਟ ਇੱਥੇ ਆ ਕੇ ਅਨਫੋਰਚੂਨੇਟਲੀ ਉਹਦੇ ਇਲਾਜ ਤੋਂ ਬਾਅਦ ਵੀ ਉਹਨੂੰ ਨਹੀਂ ਬਚਾ ਪਾਏ ਡਾਕਟਰਸ, ਤੇ ਜਿਹੜੀ ਫੈਮਿਲੀ ਸੀਗੀ ਉਹ ਕਾਫੀ ਮਤਲਬ ਗੁੱਸੇ 'ਚ ਆ ਗਏ, ਅਪਸੈਟ ਹੋ ਗਏ, ਤੇ ਉਹਨਾਂ ਨੇ ਡਾਕਟਰਸ ਨਾਲ ਤੇ ਸਟਾਫ ਨਾਲ ਕਾਫੀ ਮਿਸਬਿਹੇਵ ਕੀਤਾ ਤੇ ਹੱਥੋਂ ਪਾਈ ਹੋਈ ਕਾਫੀ, ਤੇ ਉਹ ਵੀਡੀਓਜ਼ ਜਿਹੜੀਆਂ ਹੈਗੀਆਂ ਉਹ ਹੁਣ ਤੇ ਵਾਇਰਲ ਹੋ ਗਈਆਂ, ਸਭ ਨੇ ਦੇਖੀਆਂ, ਤੇ ਉਹ ਬਹੁਤ ਅਨਫੋਰਚੂਨੇਟ ਹੈ। ਕੋਈ ਵੀ ਡਾਕਟਰ ਨਹੀਂ ਚਾਹੁੰਦਾ ਜਾਣ ਕੇ ਕਿ ਕਿਸੇ ਪੇਸ਼ੈਂਟ ਦੀ ਜਾਨ ਜਾਏ, ਤੇ ਅਗਰ ਇਹ ਦਿਸ ਇਜ਼ ਗੋਡਸ ਹੈਂਡ, ਯੂ نو, ਇਹ ਆਪਣੇ ਹੱਥ 'ਚ ਨਹੀਂ ਹੁੰਦਾ, ਇਹ ਰੱਬ ਦੇ ਹੱਥ 'ਚ ਹੁੰਦਾ ਕਿ ਇਹਦੀ ਜਾਨ ਜਾਣੀ ਹੈ। ਤੇ ਇਵੇਂ ਜਿਵੇਂ ਅਟੈਕ ਹੋਇਆ ਹੈ, ਇਹ ਸਾਰੇ ਸਟਾਫ ਲਈ ਥੋੜਾ ਡੀਮੋਰਲਾਈਜ਼ਿੰਗ ਹੁੰਦਾ ਹੈ, एवरीवन ਫੀਲਸ ਅਨਸੇਫ, ਤੇ ਕੰਮ ਕਰਦੇ ਫਿਰ ਲੋਕ ਕਤਰਾਉਂਦੇ ਆ, ਇਸ ਲਈ ਉਹਨਾਂ ਨੇ ਇੱਥੇ ਹੁਣ ਥੋੜਾ ਪ੍ਰੋਟੈਸਟ ਕੀਤਾ ਸੀਗਾ। ਬਟ ਐਸਡੀਐਮ ਸਾਹਿਬ, ਮੈਂ ਐਸਐਚਓ ਸਾਹਿਬ, ਡੀਐਸਪੀ ਸਾਹਿਬ ਸਾਰੇ ਇੱਥੇ ਪਹੁੰਚ ਗਏ ਸੀ ਟਾਈਮ ਤੇ ਜਿਹੜੀ ਕਾਰਵਾਈ ਹੋਣੀ ਹੈ ਉਹ ਐਮਐਲਆਰ ਹੁਣ ਹੋਈ ਹੈ, ਥੋੜੀ ਜਿਹੀ ਲੇਟ ਹੋ ਗਈ ਉਹਨਾਂ ਦੀ ਮੈਡੀਕਲ ਲੀਗਲ ਰਿਪੋਰਟ, ਤੇ ਉਹ ਹੁਣ ਹੋਈ ਹੈ। ਤੇ ਜਿਹੜੇ 2 ਮੈਨ ਐਂਡ 2 ਫੀਮੇਲਸ ਜਿਨ੍ਹਾਂ ਨੇ ਮੇਨ ਅਟੈਕ ਕੀਤਾ ਉਹ ਅਰੈਸਟ ਹੋ ਗਏ ਨੇ, ਉਹ ਆਲਰੇਡੀ ਥਾਣੇ ਬੈਠੇ ਨੇ, ਤੇ ਸਿਰਫ ਐਮਐਲਆਰ ਦੀ ਵੇਟ ਸੀਗੀ, ਉਹ ਹੋ ਗਈ ਹੈ। ਸਟੇਟਮੈਂਟ ਸਾਰਿਆਂ ਦੀਆਂ ਹੋ ਰਹੀਆਂ, ਵਿਟਨੈਸਸ ਦੀਆਂ, ਤੇ ਜਿਹੜੀ ਕਾਰਵਾਈ ਬਣਦੀ ਹੈ ਉਹ ਪ੍ਰੋਪਰ ਸਹੀ ਸੈਕਸ਼ਨਾਂ 'ਚ ਹੋਏਗੀ। ਧਰਨਾ ਮੈਮ ਸਮਾਪਤ ਕਰਤਾ ਗਿਆ। ਹਾਂਜੀ, ਧਰਨਾ ਸਮਾਪਤ ਕਰਤਾ ਗਿਆ। ਗੱਲ ਸਿਕਿਉਰਿਟੀ ਦੀ ਕੀਤੀ ਗਈ, ਸਿਕਿਉਰਿਟੀ ਇੱਥੇ ਮੁਲਾਜ਼ਮ ਦੀ ਨਾ ਹੋਣ ਕਰਕੇ ਕਈ ਵਾਰ ਇੱਥੇ ਹੰਗਾਮਾ ਨਹੀਂ, ਹੁੰਦਾ, ਮੁਲਾਜ਼ਮ ਸਿਕਿਉਰਿਟੀ ਸੀਗੇ। ਪਰਪਸ ਕੀ ਪ੍ਰੋਸੈਸ ਹੈ? ਮੈਂ ਉਹੀ ਦੱਸਣ ਲੱਗੀ, ਮੁਲਾਜ਼ਮ ਸੀਗਾ ਬਟ ਉਹ ਆਈ ਥਿੰਕ ਲੇਟ ਆਇਆ, ਤੇ ਡੀਐਸਪੀ ਸਾਹਿਬ ਨਾਲ ਮੇਰੀ ਗੱਲ ਹੋਈ ਆ, ਉਹ ਕਹਿੰਦੇ ਆਪਾਂ ਉੱਤੇ ਖਿਲਾਫ ਐਕਸ਼ਨ ਲੈ ਕੇ ਤੇ ਉਹਨੂੰ ਚੇਂਜ ਕਰ ਦਿੰਦੇ ਆ। ਆਈ ਥਿੰਕ ਉਹ ਮੁਲਾਜ਼ਮ ਕਾਫੀ ਸਾਲਾਂ ਤੋਂ ਹਸਪੀਟਲ ਹੀ ਸੀਗਾ, ਤੇ ਉਹਦੀ ਟ੍ਰਾਂਸਫਰ ਕਰ ਦਿੰਦੇ ਆ ਤੇ ਨਵਾਂ ਬੰਦਾ ਲਗਾ। ਇਹ ਜਿਹੜਾ ਪੇਸ਼ੈਂਟ ਹੈਗਾ, ਇਹ ਤਕਰੀਬਨ 8 ਵਜੇ ਦੇ ਸਵੇਰੇ ਇੱਥੇ ਐਮਰਜੈਂਸੀ 'ਚ ਆਇਆ ਸੀ। ਸੀਰੀਅਸ ਕੇਸ ਸੀਗਾ, ਕਿਉਂਕਿ ਇਹਦਾ ਰੇਲਵੇ ਟਰੈਕ ਜਿਹੜਾ ਉਹ ਈਅਰਫੋਨ, ਜੋ ਅਸੀਂ ਸੁਣਿਆ ਵੀ ਇਹਦੇ ਉੱਥੇ ਸਪੌਟ ਦੇ ਉੱਤੇ ਈਅਰਫੋਨ ਵੀ ਪਾਏ ਗਏ ਨੇ। ਈਅਰਫੋਨ ਉਹਨੇ ਕੰਨ 'ਚ ਲਾਏ ਹੋਏ ਸੀ, ਤੇ ਉਧਰੋਂ ਡੀਐਮਯੂ ਟ੍ਰੇਨ ਲੰਘ ਰਹੀ ਸੀ, ਇਹ ਟਰੈਕ ਕ੍ਰਾਸ ਕਰ ਰਿਹਾ ਸੀ, ਇਹਨੂੰ ਨਹੀਂ ਪਤਾ ਚੱਲਿਆ, ਔਰ ਟ੍ਰੇਨ ਦੇ ਨਾਲ ਟੱਕਰ ਹੋਣ ਕਰਕੇ ਇਹਦੇ ਹੈਡ ਇੰਜਰੀ ਹੋਈ ਸੀ। ਔਰ ਇਹ ਜਦੋਂ ਸੀਰੀਅਸ ਹਾਲਤ 'ਚ ਲੈ ਕੇ ਆਏ ਸੀ, ਗੈਸਪਿੰਗ ਕੰਡੀਸ਼ਨ ਸੀ ਉਹਦੀ, ਤੇ ਡਾਕਟਰ ਕੋਲ ਇੱਥੇ ਲੈ ਕੇ ਜਦੋਂ ਆਏ, ਡਾਕਟਰ ਨੇ ਜੋ ਟ੍ਰੀਟਮੈਂਟ ਸੀਗੀ ਉਹ ਕੀਤੀ, ਔਰ ਇਹਨਾਂ ਨੂੰ ਦੱਸਿਆ ਵੀ ਸੀ ਕਿ ਸੀਰੀਅਸ ਹੈਗਾ। ਸੋ ਉਸ ਤੋਂ ਬਾਅਦ ਉਹਦੀ ਡੈਥ ਹੋ ਗਈ ਇੱਥੇ ਆ ਕੇ, ਤੇ ਜਦੋਂ ਡਾਕਟਰ ਨੇ ਡਿਕਲੇਅਰ ਕੀਤਾ ਕਿ ਇਹਦੀ ਡੈਥ ਹੋ ਚੁੱਕੀ ਹੈ, ਤਾਂ ਉਸ ਤੋਂ ਬਾਅਦ ਇਹਨਾਂ ਦੇ ਰਿਸ਼ਤੇਦਾਰ ਜਿਹੜੇ ਹੈਗੇ ਨੇ ਉਹਨਾਂ ਨੇ ਡਾਕਟਰ ਦੇ ਉੱਤੇ ਅਟੈਕ ਕਰ ਦਿੱਤਾ, ਤੇ ਉਸ ਤੋਂ ਬਾਅਦ ਇਹ ਸਾਰਾ ਇਨਸੀਡੈਂਸ ਜਿਹੜਾ ਇਹ ਹੋਇਆ। ਉਸ ਤੋਂ ਬਾਅਦ ਜਿਹੜਾ ਸਾਡਾ ਸਟਾਫ ਹੈ ਉਹਨੇ ਓਪੀਡੀ ਸਰਵਿਸਿਜ਼ ਕਰਨ ਤੋਂ ਇਨਕਾਰ ਕਰ ਦਿੱਤਾ। ਫਿਰ ਇਮੀਡੀਏਟਲੀ ਅਸੀਂ ਜਿਹੜੇ ਬੰਦੇ ਹੈਗੇ ਨੇ ਉਹਨਾਂ ਨੂੰ ਅਰੈਸਟ ਜਿਹੜੇ ਨੇ ਉਹ ਕਰ ਲਿੱਤੇ ਗਏ ਨੇ, ਤੇ ਐਫਆਈਆਰ ਜਿਹੜੀ ਹੈਗੀ ਉਹ ਵੀ ਲਾਂਚ ਕਰਾਉਣ ਦਾ ਪ੍ਰੋਸੀਜਰ ਤਿਆਰ ਕਰ ਲਿਆ। ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ ਡਾਕਟਰਾਂ ਵੱਲੋਂ। ਹਾਂਜੀ ਹਾਂਜੀ, ਤੇ ਉਹ ਧਰਨਾ ਪ੍ਰਦਰਸ਼ਨ ਹਾਲੇ ਤੱਕ ਮੈਮ ਚੱਲ ਰਿਹਾ ਵਾ, ਕੀ ਮਤਲਬ? ਅਸੀਂ ਡਾਕਟਰਸ ਸਾਰਿਆਂ ਨੂੰ ਕਹਿਤਾ ਕਿ ਆਪਣੀਆਂ ਜਿਹੜੀਆਂ ਸਰਵਿਸਿਜ਼ ਨੇ ਉਹ ਜਾਰੀ ਕਰੋ, ਕਿਉਂਕਿ ਜੋ ਵੀ ਐਕਸ਼ਨ ਹੈਗਾ ਉਹ ਲੈ ਰਹੇ ਹਾਂ ਅਸੀਂ ਇਮੀਡੀਏਟਲੀ। ਪੁਲਿਸ ਪ੍ਰਸ਼ਾਸਨ ਅੱਗੇ ਮੈਡਮ ਕੀ ਡਿਮਾਂਡ ਰੱਖੇਗੀ ਤੁਹਾਡੇ ਵੱਲੋਂ? ਇਹੀ ਹੈ ਕਿ ਸਾਨੂੰ ਜਿਹੜੇ ਇੱਥੇ ਇੱਕੋ ਹੀ ਜਿਹੜਾ ਪੁਲਿਸ ਆਫੀਸਰ ਹੁੰਦਾ ਦਿੱਤਾ ਗਿਆ ਹੈਗਾ, ਔਰ ਕਈ ਵਾਰੀ ਦੂਸਰਾ ਬੰਦਾ ਜਦੋਂ ਵੀ ਜਾਂਦਾ ਕਿਤੇ ਹੋਰ ਦੀ ਡਿਊਟੀ ਲੱਗ ਜਾਂਦੀ ਹੈ, ਤਾਂ ਇਹ 72 ਆਵਰਸ ਇੱਕੋ ਹੀ ਬੰਦਾ ਡਿਊਟੀ ਕਰਦਾ, ਤੇ ਉਹਦੇ ਲਈ ਥੋੜਾ ਮੁਸ਼ਕਿਲ ਹੋ ਜਾਂਦਾ ਵਿੱਚ। ਉਹ ਜਦੋਂ ਜਾਂਦਾ ਕੋਈ ਬਾਥਰੂਮ ਵਗੈਰਾ ਜਾਂ ਕੁਝ, ਉਸ ਟਾਈਮ ਤੇ ਜਦੋਂ ਕੋਈ ਇਨਸੀਡੈਂਸ ਹੋ ਜਾਂਦਾ ਤਾਂ ਉਸ ਟਾਈਮ ਤੇ ਕੋਈ ਨਹੀਂ ਹੁੰਦਾ ਇੱਥੇ ਸਿਕਿਉਰਿਟੀ ਲਈ। ਪਿਛਲੇ ਜੇ ਸਮੇਂ ਦੀ ਗੱਲ ਕਰੀਏ, ਕਈ ਵਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਫਗਵਾੜਾ ਸਿਵਲ ਹਸਪਤਾਲ ਹੋ ਚੁੱਕੀਆਂ ਨੇ, ਪਰ ਜਿਹੜੀ ਸੁਰੱਖਿਆ ਦੇ ਇੰਤਜ਼ਾਮ ਇੱਥੇ ਨਹੀਂ ਪ੍ਰੋਪਰ ਹੈਗੇ। ਹਾਂਜੀ, ਅਸੀਂ ਕਿਹਾ, ਹੁਣ ਅਸੀਂ ਬਾਰ-ਬਾਰ ਕਿਹਾ ਹੈਗਾ ਕਿ ਇੱਥੇ ਸੁਰੱਖਿਆ ਦੇ ਪ੍ਰਬੰਧ ਜਿਹੜੇ ਨੇ ਹੋਰ ਜ਼ਿਆਦਾ ਕੀਤੇ ਜਾਣ। ਮੈਡਮ, ਮਤਲਬ ਜਿਹੜੇ ਹਮਲਾ ਕੀਤਾ ਡਾਕਟਰ ਸਾਹਿਬ ਤੇ ਲਗਭਗ ਕਿੰਨੇ ਲੋਕ ਸੀਗੇ ਉਹ ਅਪਰੋਕਸੀਮੇਟ? ਜੋ ਤਕਰੀਬਨ ਦੱਸੇ ਗਏ ਨੇ ਉਹ 6 ਤੋਂ 7 ਲੋਕ ਦੱਸੇ ਗਏ ਨੇ। ਤੇ ਡਾਕਟਰ ਸਾਹਿਬ ਦੀ ਹਾਲਤ ਕਿਸ ਤਰ੍ਹਾਂ ਹੈ ਜਿਨ੍ਹਾਂ ਤੇ ਹਮਲਾ ਹੋਇਆ? ਡਾਕਟਰ ਸਾਹਿਬ ਇਸ ਟਾਈਮ ਕਾਫੀ ਟੈਨਸ਼ਨ 'ਚ ਨੇ। ਉਹਨਾਂ ਨੂੰ ਅਸੀਂ, ਕਿਉਂਕਿ ਉਹ ਰਾਤ ਦੀ ਡਿਊਟੀ ਤੇ ਸੀਗੇ, ਸਵੇਰੇ ਉਹਨਾਂ ਦੀ ਡਿਊਟੀ ਦੇ ਟਾਈਮ ਤੇ ਉਹ ਆਇਆ, ਤੇ ਹੁਣ ਡਾਕਟਰ ਸਾਹਿਬ ਨੇ ਸਵੇਰ ਦਾ ਉਹਨਾਂ ਨੂੰ ਕਿਹਾ ਗਿਆ, ਕਿਉਂਕਿ ਉਹ ਐਮਐਲਆਰ ਵਗੈਰਾ ਕਟਵਾ ਰਹੇ ਸੀ, ਤੇ ਇਸ ਕਰਕੇ ਅਜੇ ਤੱਕ ਤਾਂ ਉਹ ਕਾਫੀ ਦਹਿਸ਼ਤ 'ਚ ਨੇ ਕਿ ਵੀ ਇਹ ਇਨਸੀਡੈਂਸ ਜਿਹੜਾ ਵਾਪਰਿਆ।